Hello everyone, welcome back to National Buzz. Once again we have Harman Sarpanch with us and let me tell you about Harman that Harman बहुत काइंड है और बहुत हम्बल है. वो बहुत सूफी भी है और उनकी शायरियों के बारे में तो हम सभी जानते हैं और उनके लाइफ एक्सपीरियंसेस इतने अच्छे हैं कि वो हमेशा जब भी हमसे मिलते हैं वो कोई ना कोई हमें लेसन सिखा के ही जाते हैं. सो लेट मी इंट्रोड्यूस यू टू हरमन सरपंच. हरमन, वेलकम बैक टू आवर चैनल. बस ही ਤੁਸੀਂ ਆਏ, ਖੁਸ਼ੀ ਹੋਈ ਆਏ ਤੁਸੀਂ ਦੁਬਾਰਾ ਮਿਲੇ ਹੈ ਨਾ, ਚੰਗਾ ਜਿਹਾ ਲੱਗਿਆ ਮੈਨੂੰ ਹੈ ਨਾ. चलो ਆਪਾਂ ਦੁਬਾਰਾ ਜੀ कुछ ਗੱਲਾਂ ਆਪਣੀਆਂ ਰਹਿ ਗਈਆਂ ਸੀ है ना उस समय. हाँ, जब हम फर्स्ट टाइम मिले थे तो हरमन एक सेट पे थे, वो शूट कर रहे थे एंड सेकंड टाइम है वी आर एट हिज होम. सो हरमन, आपने इंडस्ट्री में बहुत काम किया है. अभी तक आपका लाइफ एक्सपीरियंस थ्रू आउट योर वर्क वो क्या क्या था? ਲਾਈਫ ਐਕਸਪੀਰੀਅੰਸ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਦਿਨ 'ਚ 100 ਕੁ ਬੰਦੇ ਇੱਦਾਂ ਨੇ ਜਿਹਨਾਂ ਮੈਂ ਡੀਲ ਕਰਦਾ ਆ ਹੈ ਨਾ. ਕਿ ਸੈੱਟ 'ਤੇ ਹੈ ਨਾ ਬੰਦਾ 150 ਬੰਦਾ ਤਾਂ ਹੁੰਦਾ ਹੀ ਸੈੱਟ 'ਤੇ. ਮੈਂ ਚਲੋ ਘੱਟ ਤੋਂ ਘੱਟ 100 ਬੰਦਾ ਲਾ ਕੇ ਜਾ ਰਿਹਾ. ਮੈਂ ਜਿੰਨੀਆਂ ਕੁ ਫਿਲਮਾਂ ਕੀਤੀਆਂ ਨੇ ਮੈਂ 100 ਬੰਦੇ ਦੇ ਹਿਸਾਬ ਨਾਲ ਲਾ ਲਾ. ਮੈਨੂੰ ਐਂ ਲੱਗਦਾ ਕਿ ਮੈਂ ਹਜ਼ਾਰਾਂ ਬੰਦੇ ਨਾਲ ਡੀਲ ਕੀਤੀ ਇਸ ਦਿਮਾਗ ਨੇ ਹੈ ਨਾ. ਜ਼ਿੰਦਗੀ ਦੇ ਵਿੱਚ ਜਿਹੜੀ ਵੀ ਚੀਜ਼ ਸਿੰਗਲ ਹੋਊਗੀ ਨਾ ਉਹ ਹਮੇਸ਼ਾ ਤੜਫ 'ਚ ਰਹੂਗੀ. ਜ਼ਿੰਦਗੀ 'ਚ ਜਿਹੜੀ ਵੀ ਚੀਜ਼ ਸਿੰਗਲ ਹੋਊਗੀ ਉਹ ਹਮੇਸ਼ਾ ਤੜਫ 'ਚ ਰਹੂਗੀ. ਆਪਣੇ ਥੋੜੇ ਦੋਨੇ ਹੱਥ ਨੇ, ਇਹ ਮਿਲੇ ਬੈਠੇ ਨੇ, ਮਤਲਬ ਮੁਹੱਬਤ ਆ, ਦੋਨੇ ਹੱਥ ਮਿਲ ਸਕਦੇ ਨੇ ਹੈ ਨਾ. ਆਪਾਂ ਸ਼ੁਰੂ ਕਰਦੇ ਹਾਂ. ਦੇਖੋ ਆਪਣਾ ਦਿਮਾਗ ਸਿੰਗਲ ਆ, ਇਹ ਸਾਰੀ ਉਮਰ ਤੜਫ 'ਚ ਰਹਿੰਦਾ ਆਪਣਾ, ਕਿਉਂਕਿ ਦਿਮਾਗ ਇੱਕ ਆ. ਜਿਹੜੀ ਚੀਜ਼ ਇੱਕ ਹੋਊਗੀ ਉਹ ਹਮੇਸ਼ਾ ਤੜਫ 'ਚ ਰਹੂਗੀ ਦੂਜੀ ਚੀਜ਼ ਨੂੰ ਮਿਲਣ ਦੇ ਵਾਸਤੇ. ਆਪਣੇ ਦੋ ਅੱਖਾਂ ਨੇ, ਠੀਕ ਹੈ, ਇੱਕ ਦੂਜੇ ਨੂੰ ਦੇਖ ਨਹੀਂ ਸਕਦੀਆਂ ਪਰ ਦੋ ਅੱਖਾਂ ਨੇ, ਆਪਾਂ ਸ਼ੀਸ਼ੇ 'ਚ ਦੇਖਦੇ ਹਾਂ, ਪਰ ਇਹ ਦੋਨੇ ਅੱਖਾਂ ਇੱਕ ਤੜਫ 'ਚ ਰਹਿੰਦੀਆਂ ਨੇ ਕਿ ਆਪਾਂ ਕਿਸੇ ਨੂੰ ਮਿਲੀਏ, ਕਿਸੇ ਨੂੰ ਦੇਖ ਕੇ ਸਕੂਨ ਮਿਲਦਾ ਹੈ ਨਾ. ਆਪਣੇ ਜੀਵ ਆ, ਇਹ ਸਿੰਗਲ ਆ. ਆਪਾਂ ਨੂੰ ਇਹ ਲੱਗਦਾ ਜਿਵੇਂ ਆਪਾਂ ਬੋਲਦੇ ਹਾਂ ਕਿ ਐਵੇਂ ਆਪਾਂ ਨੂੰ ਮਿੱਠਾ ਬੋਲਣ ਵਾਲਾ ਸਾਹਮਣੇ ਮਿਲੇ, ਪਰ ਮਿਲਦਾ ਨਹੀਂ ਕਿਉਂਕਿ ਇਹ ਸਿੰਗਲ ਹੈ ਨਾ. ਤੇ ਏਦਾਂ ਹੀ ਆ, ਇਹ ਆਪਣੇ ਦੋਨੇ ਹੱਥ ਨੇ, ਆ ਮਿਲੇ, ਇਹਨਾਂ ਦੇ ਵਿਚਾਲੇ ਇੱਕ ਦਿਲ ਆ, ਸਿੰਗਲ ਆ, ਹਮੇਸ਼ਾ ਤੜਫ 'ਚ ਰਹਿੰਦਾ ਹੈ. ਜਿੰਨੀਆਂ ਚੀਜ਼ਾਂ ਸਿੰਗਲ ਹੋਣਗੀਆਂ ਉਹ ਹਮੇਸ਼ਾ ਤੜਫ 'ਚ ਰਹਿਣਗੀਆਂ, ਉਹੀ ਦੂਜੀ ਚੀਜ਼ ਦੀ ਭਾਲ 'ਚ ਰਹਿਣਗੀਆਂ. ਵੈਸੇ ਏਦਾਂ ਹੀ ਆ ਕਿ ਮੈਂ ਦੇਖਦਾ ਇੱਕ ਇਸ਼ਕ ਹੁੰਦਾ, ਇੱਕ ਮੁਹੱਬਤ ਹੁੰਦਾ ਹੈ. ਇਸ਼ਕ ਤੜਫ ਹੁੰਦੀ ਹੈ, ਮੁਹੱਬਤ ਸਕੂਨ ਹੁੰਦਾ ਹੈ. ਪਿਆਰ ਤਾਂ ਆਪਣੇ ਮਾਂ ਬਾਪ ਵੀ ਕਰਦੇ, ਮੁਹੱਬਤ ਆ ਤੜਫ ਮਿਲਦੀ, ਉਹਦੇ 'ਚ ਸਕੂਨ ਮਿਲਦਾ ਹੈ. ਇਹ ਜਿਹੜੇ ਆਪਾਂ ਭਾਲ ਕੀਤੀ ਆ, ਮੰਨ ਲਓ ਆਪਾਂ ਕਿਸੇ ਕੁੜੀ ਦੀ ਭਾਲ ਕਰਦੇ, ਕਿਸੇ ਮੁੰਡੇ ਦੀ ਭਾਲ ਕਰਦੇ, ਜਾਂ ਆਪਾਂ ਭਗਵਾਨ ਦੀ ਭਾਲ ਕਰਦੇ ਆ ਹੈ ਨਾ, ਹਮੇਸ਼ਾ ਤੜਫ 'ਚ ਰਹਾਂਗੇ ਕਿਉਂਕਿ ਉਹ ਆਪਾਂ ਲੱਭ ਰਹੇ, ਉਹ ਇਸ਼ਕ ਕਰ ਰਹੇ. ਆਪਣੀ ਅੱਖਾਂ ਇਸ਼ਕ ਕਰ ਸਕਦੇ ਨੇ, ਮੁਹੱਬਤ नहीं कर सकती. मोहब्बत सुकून होता है. तो हरमन ने मोहब्बत और सुकून को एक अलग अलग तरीके से कैसे एक्सप्लेन किया है, बहुत इम्प्रेसिव था. तो हरमन, आपने अभी बोला कि हमारा दिल हमेशा एक तड़प में रहता है, तो आपका दिल किसकी तड़प में है? ਪਤਾ ਕੀ ਹੁੰਦਾ ਹੈ ਕਿ ਮੈਂ ਜ਼ਿੰਦਗੀ ਨੂੰ ਚਾਰ ਪੱਖ ਤੋਂ ਦੇਖਦਾ ਹੈ ਨਾ. ਜਿਵੇਂ ਜ਼ਿੰਦਗੀ ਦੇ ਵਿੱਚ ਚਾਰ ਪੱਖ ਹੁੰਦੇ ਆ ਨਾ, ਲਾਈਕ ਇੱਕ ਪਹਿਲਾ ਪੱਖ ਹੁੰਦਾ ਹੈ ਆਪਣਾ ਕਿ ਆਪਾਂ ਆਪਣੇ ਘਰਦਿਆਂ ਨੂੰ ਟਾਈਮ ਦੇਣਾ ਹੈ, ਖੁਦ ਨੂੰ ਟਾਈਮ ਦੇਣਾ ਹੈ ਨਾ. ਅਸੀਂ ਤਾਂ ਦੋ ਰਸਤਿਆਂ ਤੇ ਉਲਝ ਗਏ ਸੀ, ਇਹ ਜ਼ਿੰਦਗੀ ਹੈ, ਤੂੰ ਸਾਨੂੰ ਚਰਸਤੇ ਤੇ ਖੜਾ ਗਈ ਹੈ. ਚਰਸਤੇ ਤੇ ਖੜਾਉਣ ਦਾ ਮਤਲਬ ਪਹਿਲਾਂ ਅਸੀਂ ਘਰਦਿਆਂ ਨੂੰ ਮਿਲਦੇ ਸੀ, ਆਪਣੇ ਆਪ ਨੂੰ ਟਾਈਮ ਦਿੰਦੇ ਸੀ, ਦੋ ਸੀਗੇ. ਹੁਣ ਸਾਡੇ ਵਿੱਚ ਪੈਸਾ ਆ ਗਿਆ ਤੇ ਇੱਕ ਸਾਡਾ ਪਿਆਰ ਆ ਗਿਆ. ਜ਼ਿੰਦਗੀ ਦੇ ਚਾਰ ਰਸਤੇ ਹੋ ਗਏ. ਜ਼ਿੰਦਗੀ ਤੇ ਸਾਨੂੰ ਚਾਰੇ ਰਸਤੇ ਤੇ ਜਾਣਾ ਪੈਣਾ ਜੇ ਜ਼ਿੰਦਗੀ 'ਚ ਸਕੂਨ ਲੈਣਾ ਹੈ, ਠੀਕ ਹੈ. ਇੱਕ ਦਿਨ ਤੁਸੀਂ ਘਰ ਦੇ ਨਾਲ ਗੱਲ ਕਰੋ, ਆਪਣੇ ਨਾਲ ਗੱਲ ਕਰੋ, ਪਰ ਤੁਸੀਂ ਪੈਸੇ ਨੂੰ ਟਾਈਮ ਨਾ ਦਿਓ, ਤੁਹਾਡਾ ਦਿਨ ਬੇਕਾਰ ਜਾਊਗਾ. ਤੁਸੀਂ ਪੈਸੇ ਨੂੰ ਵੀ ਟਾਈਮ ਦਿਓ, ਘਰ ਦੇ ਨੂੰ ਟਾਈਮ ਦਿਓ, ਖੁਦ ਨੂੰ ਵੀ ਟਾਈਮ ਦਿਓ, ਪਰ ਪਿਆਰ ਨੂੰ ਟਾਈਮ ਨਾ ਦਿੱਤਾ, ਤੁਹਾਡਾ ਦਿਨ ਬੇਕਾਰ ਜਾਊਗਾ. ਪਿਆਰ ਨੂੰ ਵੀ ਟਾਈਮ ਦਿਓ, ਘਰ ਦੇ ਨੂੰ ਟਾਈਮ ਦਿਓ, ਪੈਸੇ ਨੂੰ ਟਾਈਮ ਦਿਓ, ਖੁਦ ਨੂੰ ਟਾਈਮ ਦਿਓ, ਦਿਨ ਬੇਕਾਰ ਜਾਊਗਾ. ਮਤਲਬ ਆਪਾਂ ਨੂੰ ਇੱਕ ਦਿਨ ਦੇ ਵਿੱਚ ਚਾਰੇ ਗੇੜਾਂ ਤੇ ਜਾਣਾ ਜ਼ਰੂਰੀ ਆ. ਇਹ ਜ਼ਿੰਦਗੀ ਹੈ, ਤੂੰ ਸਾਨੂੰ ਚਰਸਤੇ ਤੇ ਖੜਾ ਗਈ ਹੈ. ਇਸ ਤਾਂ ਦੋ ਰਸਤਿਆਂ ਤੇ ਉਲਝ ਗਏ ਸੀ. ਪਰ ਪਹਿਲਾਂ ਦੂਜਾ ਪੱਖ ਸੁਣਾਉਣਾ ਤੁਹਾਨੂੰ. ਜ਼ਿੰਦਗੀ ਦੇ ਦੋ ਪੱਖ ਹੁੰਦੇ ਆ. ਲਾਈਕ ਜੇ ਚੰਗਾ ਆ, ਜੇ ਮੈਂ ਕਹਿੰਦਾ ਤੁਸੀਂ ਸੁਖੀ ਹੋ ਤਾਂ ਉਹਨੂੰ ਸੁਖੀ ਕਹਿ ਰਿਹਾ ਕਿ ਕੋਈ ਦੁਖੀ ਹੈ. ਜੇ ਚੰਗਾ ਆ ਤਾਂ ਮਾੜਾ, ਤਾਂ ਹੀ ਮਾੜਾ ਹੁੰਦਾ ਹੈ ਹਨਾ. ਏਦਾਂ ਹੀ ਇੱਕ ਆਪਣੇ ਹੁੰਦਾ, ਇੱਕ ਦੁਨਿਆਵੀ ਹੁੰਦਾ, ਇੱਕ ਰੂਹਾਨੀ ਹੁੰਦਾ ਹੈ ਆਪਣੇ ਅੰਦਰ ਹਨਾ. ਜਿਹਦੇ ਦੋ ਪੱਖ ਹੁੰਦੇ ਆ. ਬਸ ਇਹਨਾਂ ਨੂੰ ਲੈ ਕੇ ਨਾ ਉਹੀ ਗੱਲ ਕੀਤੀ ਸੀ, ਇਸ ਤਾਂ ਦੋ ਰਸਤਿਆਂ ਤੇ ਉਲਝ ਗਿਆ ਹਨਾ. ਇਹ ਵੀ ਹੈ ਕਿ ਜ਼ਿੰਦਗੀ ਦੇ ਦੋ ਪੱਖ ਹੁੰਦੇ ਆ, ਆਪਾਂ ਆਪਣੇ ਪਰੇਸ਼ਾਨੀ ਹੈ ਨਾ. ਲਾਈਕ ਇਸ ਤੋਂ ਬਾਅਦ ਹੁੰਦਾ ਜ਼ਿੰਦਗੀ ਦਾ ਤੀਜਾ ਪੜਾ. ਦੂਜਾ ਪੜਾ ਤੁਹਾਨੂੰ ਪ੍ਰੋਪਰਲੀ ਸਮਝ ਆ ਗਿਆ ਨਾ ਵੀ ਆਪਾਂ ਕੀ ਹੁੰਦਾ ਹੈ ਨਾ, ਅੰਦਰ ਬਾਹਰ ਸਾਰਾ ਕੁਝ ਹੈ, ਦੁੱਖ ਸੁੱਖ ਸਾਰਾ ਕੁਝ ਹੁੰਦਾ ਹੈ. ਤੀਜਾ ਪੜਾ ਜ਼ਿੰਦਗੀ ਦਾ ਕੀ ਹੁੰਦਾ ਹੈ, ਜਿਵੇਂ ਧਰਤੀ ਦੇ ਵਿੱਚ ਇੱਕ ਪਤਾਲ ਹੁੰਦਾ ਆ, ਇੱਕ ਧਰਤੀ ਹੁੰਦੀ ਹੈ, ਇੱਕ ਅਸਮਾਨ ਹੁੰਦਾ ਹੈ ਹਨਾ, ਜਿਹਦੇ ਤਿੰਨ ਪੜਾਅ ਹੁੰਦੇ. ਏਦਾਂ ਹੀ ਇੱਕ ਆਪਣਾ ਬਚਪਨ ਹੁੰਦਾ ਹੈ, ਇੱਕ ਜਵਾਨੀ ਹੁੰਦਾ ਹੈ, ਇੱਕ ਬੁਢਾਪਾ ਹੁੰਦਾ ਹੈ ਹਨਾ. ਤਿੰਨਾਂ ਦੇ ਵਿੱਚ ਆਪਾਂ ਇੱਕ ਪੱਖ ਕਦੇ ਨਹੀਂ ਦੇਖ ਸਕਦੇ. ਜਿਵੇਂ ਆਪਾਂ ਧਰਤੀ ਤੇ ਬੈਠੇ ਪਤਾਲ ਨਹੀਂ ਦੇਖ ਸਕਦੇ, ਐਵੇਂ ਆਪਾਂ ਆਪਣੇ ਬਚਪਨ, ਜਵਾਨੀ, ਬੁਢਾਪੇ ਦੇ ਵਿੱਚ ਇੱਕ ਪੜਾਅ ਜ਼ਿੰਦਗੀ 'ਚ ਕਦੇ ਨਹੀਂ ਦੇਖ ਸਕਦੇ. ਜਿਵੇਂ ਆਪਾਂ ਕਈ ਵਾਰ ਬੰਦਾ ਬਚਪਨ ਦੇ ਵਿੱਚ ਕੰਮ ਲੱਗ ਜਾਂਦਾ ਕਰਨ, ਉਹ ਬਚਪਨ ਜਿਵੇਂ ਦੂਜੇ ਜਵਾਕ ਦੇਖ ਰਹੇ ਨੂੰ ਦੇਖ ਨਹੀਂ ਸਕਦਾ, ਉਹ ਇੱਕ ਪੜਾਅ ਨਹੀਂ ਦੇਖ ਸਕਦਾ. ਕਈ ਵਾਰ ਬੰਦਾ ਬਚਪਨ ਇੰਨਾ ਸੋਹਣਾ ਲੰਘਾਉਂਦਾ ਹੈ, ਜਵਾਨੀ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਹੈ,
ਜਿਵੇਂ ਹੋਰ ਜਵਾਨੀ ਮਾਣਦੇ ਨੇ ਮੁੰਡੇ ਕੁੜੀਆਂ, ਉਦਾਂ ਉਹ ਆਪਣੀ ਜਵਾਨੀ ਨਹੀਂ ਮਾਣ ਸਕਦਾ ਕਿਉਂਕਿ ਉਹ ਕੰਮ ਦੇ ਵਿੱਚ ਲੱਗ ਗਿਆ, ਕਿਉਂਕਿ ਇਸ ਕਰਕੇ ਉਹ ਆਪਣਾ ਜਵਾਨੀ ਵਾਲਾ ਪੜਾ ਦੇਖ ਨਹੀਂ ਸਕਦਾ। ਕਈ ਬੰਦੇ ਜਵਾਨੀ ਵੀ ਇੰਜੋਏ ਕਰਦੇ ਨੇ, ਬੁਢਾਪੇ 'ਚ ਜਾ ਕੇ ਕੰਮ ਕਰਦੇ ਨੇ, ਉਹ ਬੁਢਾਪੇ ਵਾਲਾ ਪੜਾ ਨਹੀਂ ਦੇਖ ਸਕਦੇ। ਏਦਾਂ ਹੀ ਜਿਵੇਂ ਪਤਾਲ ਧਰਤੀ ਅਸਮਾਨ ਦੇ ਵਿੱਚ ਆਪਾਂ ਪਤਾਲ ਨਹੀਂ ਦੇਖ ਸਕਦੇ, ਅਸਮਾਨ ਦੇਖ ਸਕਦੇ ਹਾਂ, ਏਦਾਂ ਹੀ ਆਪਣੇ ਬਚਪਨ ਜਵਾਨੀ ਬੁਢਾਪੇ ਦੇ ਵਿੱਚ ਆਪਾਂ ਇੱਕ ਪੜਾ ਜ਼ਿੰਦਗੀ 'ਚ ਕਦੇ ਦੇਖ ਨਹੀਂ ਸਕਦੇ, ਕਿਉਂਕਿ ਇਹ ਆਪਣਾ ਨੇਚਰ ਨਾਲ ਰਿਲੇਟਡ। ਜ਼ਿੰਦਗੀ ਦਾ ਚੌਥਾ ਪੱਖ ਤੁਹਾਨੂੰ ਮੈਂ ਸੁਣਾਇਆ ਸੀ, ਜਿਵੇਂ ਇੱਕ ਆਪਾਂ ਹੋ ਗਈ, ਇੱਕ ਆਪਣੇ ਘਰ ਦੇ ਫੈਮਿਲੀ ਹੋ ਗਈ, ਦੂਜਾ ਆਪਣਾ ਤੀਜਾ ਆਪਣਾ ਪੈਸਾ ਹੋ ਗਿਆ, ਚੌਥਾ ਆਪਣਾ ਪਿਆਰ ਹੋ ਗਿਆ। ਜ਼ਿੰਦਗੀ 4 ਪੜਾਅ ਨੇ। ਚੌਥੇ ਪੜਾਅ ਆਪਾਂ ਚੌਥੇ ਚਾਰੇ ਪੜਾਵਾਂ ਦੇ ਇੱਕ ਵਾਰ ਜਾਵਾਂਗੇ ਤਾਂ ਆਪਾਂ ਨੂੰ ਸਕੂਨ ਮਿਲੂਗਾ, ਅਦਰਵਾਈਜ਼ ਆਪਾਂ ਨੂੰ ਸਕੂਨ ਨਹੀਂ ਮਿਲਦਾ ਇੱਕ ਪੱਖ ਤੇ, ਜਿਵੇਂ ਤੁਹਾਨੂੰ ਰਿਲੇਟ ਕੀਤਾ ਸੀ ਚੌਥਾ ਪੱਖ। ਜ਼ਿੰਦਗੀ ਦਾ ਜਿਹੜਾ 5ਵਾਂ ਪੱਖ ਜਿੱਥੇ ਤੱਕ ਮੈਂ ਦੇਖਦਾ 5ਵਾਂ ਪੱਖ ਉਹ ਹੈ ਜ਼ਿੰਦਗੀ ਦਾ ਜਦੋਂ ਆਪਾਂ ਉਸ ਨਾਲ ਮਿਲ ਜਾਂਦੇ ਹਾਂ। ਜਦੋਂ ਆਪਾਂ ਉਸ ਨਾਲ ਮਿਲ ਗਏ, ਉਸ ਨਾਲ ਆਪਣੀਆਂ ਗੱਲਾਂ ਸਾਂਝੀਆਂ ਹੋ ਗਈਆਂ, ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਇਸ ਤੋਂ ਉੱਪਰ ਕੁਛ ਨਹੀਂ ਹੈਗੀ। ਜਿਹੜਾ ਬੰਦਾ ਇਸ 4 ਪੜਾਅ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਰਿਲੇਟ ਕਰਦਾ, ਆਈ ਥਿੰਕ ਮੈਨੂੰ ਲੱਗਦਾ ਆ ਕਿ ਸ਼ਾਇਦ ਬੰਦਾ ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੂਗਾ ਵੀ ਆਪਾਂ ਕਿੱਥੇ ਕਾ। ਜਿਵੇਂ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਮੰਨ ਲਓ ਫੋਨ ਨਾ ਹੋਵੇ, ਚਿੱਠੀ ਨਾ ਹੋਵੇ, ਚਿੱਠੀ ਦਾ ਕੋਈ ਮੇਰੇ ਕੋਲ ਸੁਨੇਹਾ ਨਾ ਹੋਵੇ, ਕਿਸੇ ਨੂੰ ਪਹੁੰਚਾਉਣਾ ਹੋਵੇ, ਮੈਂ ਸੁਨੇਹਾ ਕਿੱਦਾਂ ਪਹੁੰਚਾਊਂਗਾ? ਕੁਦਰਤ ਨਾਲ। ਜਿਵੇਂ ਇਹ ਮੌਸਮਾਂ ਦੇ ਬਦਲਾਅ ਵਿੱਚ ਤੁਹਾਨੂੰ ਖਿੱਚ ਜਿਹੀ ਪਾਵਾਂਗਾ, ਮੈਂ ਤੁਹਾਨੂੰ ਕਿਵੇਂ ਯਾਦ ਆਵਾਂਗਾ, ਜਦੋਂ ਬੱਦਲਾਂ ਦੀ ਤੇਜ਼ ਰਫ਼ਤਾਰ ਹੋਊਗੀ, ਕੱਲੀ ਕੱਲੀ ਗੱਲ ਯਾਦ ਵਾਰ-ਵਾਰ ਹੋਊਗੀ। ਇਹ ਉੱਡਦੇ ਪੱਤਿਆਂ ਤੋਂ ਤੂੰ ਮੇਰੀ ਰਮਝ ਲਵੀ, ਇਹ ਆਏ ਤੇਜ਼ ਤੂਫਾਨਾਂ ਨੂੰ ਮੇਰੀ ਜ਼ਿੰਦਗੀ ਸਮਝ ਲਵੀ। ਬੱਦਲਾਂ ਦੀ ਆਵਾਜ਼ ਵਿੱਚ ਮੇਰੀ ਮਾਫੀ ਦਾ ਸੁਨੇਹਾ ਆਵੇਗਾ, ਫਿਰ ਬਿਜਲੀ ਲਸ਼ਕਾਉਣਾ ਆਪਣੇ ਦੋਵਾਂ ਦਾ ਵੱਖ ਹੋਣਾ ਤੁਹਾਨੂੰ ਯਾਦ ਆਵੇਗਾ। ਮੇਰੇ ਵਾਂਗ ਇਹ ਬਾਰਿਸ਼ ਵੀ ਤੁਹਾਡੇ ਹੰਝੂ ਹੋਣਗੇ, ਆਪਣੇ ਵੱਖ ਹੋਣ ਤੇ ਮੌਸਮ ਵੀ ਰੋਣਗੇ। ਗਲਤੀਆਂ ਰਿਸ਼ਤਿਆਂ ਨਾਲ ਵੱਡੀਆਂ ਨਹੀਂ ਹੁੰਦੀਆਂ, ਯਾਦ ਰੱਖਿਓ ਸਾਰੇ, ਗਲਤੀਆਂ ਰਿਸ਼ਤਿਆਂ ਨਾਲ ਵੱਡੀਆਂ ਨਹੀਂ ਹੁੰਦੀਆਂ। ਮੈਂ ਫੇਰ ਆਵਾਂਗਾ ਇਹ ਮੌਸਮਾਂ ਦੇ ਬਦਲਾਅ ਵਿੱਚ, ਤੁਹਾਨੂੰ ਇੱਥੇ ਯਾਦ आवागा। अभी आपने रिश्तों की बात की, आप अपने रिश्तों को कैसे डिफाइन करेंगे? मैं रिश्ता बनाया, उन्हें हक ना जताया। मैं रिश्ता बनाया, उन्हें हक ना जताया। मैं भरोसा किया, उन्हें शक ਵਧਾਇਆ। कुछ ना रहा मेरे कोल, उन्हें कुछ ना गवाया। हथ जोड़ के माफी मंगदा उन्हां खाबां दी जो मैं एक ना निभाया। हथ जोड़ के माफी इस करके मंग रहा मैं कि जिन्ने मैं तेरा खाब पूरे कर सकदा सी, तुसीं उन्ना टाइम मेरे नाल रही नहीं। हथ जोड़ के माफी मंगदा उन्हां खाबां दी जो मैं एक ना निभाया। तेरा नहीं कसूर है मेरा जो ये हंजू अख चो निकल के बुल्लां ते आया। हंजू समझ के वो बुल्लां नाल दवाया। फिर ये गाना मित्तरां दी आवाज गोरीए खाली कंधां विच वज वज मुड़दी, तू तां हुण की मुड़ना जेड़ी लंघ गई कड़ी कदों मुड़दी। बड़ी ऊंची ऊंची गाया। दो गल्लां कर ला हंजुआं नाल, दो गल्लां कर ला हंजुआं नाल नींद नूं मैं बहाना लाया। दो गल्लां कर ला हंजुआं नाल नींद नूं मैं बहाना लाया। हंजू कहंदे औखे वेले मैं ही नाल तेरे, तैनूं सिर्फ ऐना दिखाया। अपने नाल कोई नहीं, अपने नाल आपां खुद आ। हरमन ने अपने रिश्तों को तो डिफाइन कर ही दिया है। तो हरमन, आपने हमें पहले बताया था कि हमारे दिल को, हमारी आंखों को किसी न किसी की तड़प रहती है। बिल्कुल रहती है। तो आपको किसकी तड़प है? मैनू तड़फ की हुण मैं तड़फ वाली दस नहीं सकदा, क्योंकि मेरी तड़फ रहती है डेली कुछ ना कुछ सीखण दी, कुछ ना कुछ पाउण दी। मैं हर दिन तड़फ दे विच हुंदा है कि किसी को हाँ मैनू ना कि मैनू अखां दी मेरी अखां नूं सुकून है, क्योंकि मैं देखदी वो चीज़ां जो मैं देखनी पसंद करदा है। ठीक है, मान लो जो एक कुछ रिश्ते होंदे ने आपां है ना, मान लो है ना कि तुहाडा रिश्ता है ना लाइक है ना तुहाडू किसी नाल है ना, पर वो सही नहीं है अगों, पर तुसीं उहनूं छड्ड भी नहीं सकदे है ना। फिर आपां नूं उस हिसाब नाल ढलना पैंदा। क्यों? क्योंकि उहदे विच उहदा लॉस नहीं, अपना लॉस। क्योंकि मैं उहनूं छड्ड नहीं सकदा, तू छड्ड रहा कोई चक्कर नहीं, पर मैं तेरे नाल ढल जूगा। वो कहता वो कहे कि ये असमान, अपन कहांगे कोई ना असमान है जी, क्योंकि एसी उहदे नाल एडा विचर चुके हैं। तां करके उहदी हाँ च ना हाँ ना एक दिन उहनूं समझ आ जानी है इस चीज़ दी कि आई एम रॉन्ग, मैं गलत सी, ये अपने लिए की कर रहा, आपां की करी जांदे। फिर मतलब समझ आउंदी है कदे भी आपां किसी नूं गुस्से नाल नहीं मना सकदे, किसी नूं थप्पड़ मार के नहीं मना सकदे।
ਆਪਾਂ ਜਿਹੜੇ ਹਿਸਾਬ ਨਾਲ ਚੱਲ ਰਹੇ, ਜੇ ਮੰਨ ਲਓ ਮੈਂ ਅੱਜ ਪ੍ਰਧਾਨ ਮੰਤਰੀ ਨਾਲ ਬੈਠਾ, ਮੈਂ ਪ੍ਰਧਾਨ ਮੰਤਰੀ ਨਾਲ ਉਹ ਫੀਲਿੰਗ 'ਚ ਗੱਲ ਕਰੂੰਗਾ, ਠੀਕ ਹੈ। ਤੇ ਜੇ ਮੈਂ ਬੈਠਾ ਤੁਹਾਡੇ ਨਾਲ ਬੈਠਾ, ਮੈਂ ਉਸ ਹਿਸਾਬ ਨਾਲ ਗੱਲ ਕਰ ਰਿਹਾ। ਜੇ ਮੈਂ ਕਿਸੇ ਉਸ ਦੇ ਵਿੱਚ ਜਾ ਕੇ ਕੁੱਲੀਆਂ ਦੇ ਵਿੱਚ ਜਾ ਕੇ ਗੱਲ ਕरूँ ਤਾਂ ਮੈਂ ਉਸ ਹਿਸਾਬ ਨਾਲ ਢਲ ਕੇ ਗੱਲ ਕਰੂੰ, ਕਿਉਂਕਿ ਹਰੇਕ ਬੰਦੇ ਨੂੰ ਉਸ ਪੜਾਅ ਤੇ ਜਾ ਕੇ ਗੱਲ ਸਮਝਾਉਣੀ ਪੈਂਦੀ ਹੈ ਜਿਸ ਹਿਸਾਬ ਦਾ ਉਹ ਹੈਗਾ। ਜੇ ਆਪਾਂ ਕਿਸੇ ਬੰਦੇ ਨੂੰ ਛੱਡ ਨਹੀਂ ਸਕਦੇ ਤਾਂ ਉਹਦੇ ਵਿੱਚ ਢਲੋ, ਉਹ ਕੀ ਕਰ ਰਿਹਾ। ਬਸ ਆਪਾਂ ਐਵੇਂ ਜ਼ਿੰਦਗੀ ਆ ਕਿ ਆਪਾਂ ਜਦੋਂ ਕਿਸੇ ਨੂੰ ਛੱਡ ਨਹੀਂ ਸਕਦੇ ਉਹਦੇ ਨਾਲ ਢਲ ਕੇ ਬਸ ਉਵੇਂ ਰਹੋ, ਵੀ ਪਤਾ ਹੈ ਤੇਰਾ ਲੋਸ ਨਹੀਂ, ਲੋਸ ਮੇਰਾ ਹੈ। ਤੂੰ ਛੱਡ ਜਾਏਗਾ ਕੋਈ ਚੱਕਰ ਨਹੀਂ, ਪਰ ਮੈਨੂੰ ਪਤਾ ਮੈਂ ਤੈਨੂੰ ਛੱਡ नहीं सकता, बस मैं तेरे हिसाब ਨਾਲ ढल रहा, चंगा है चाहे माड़ा है। तो अभी हरमन ने ऐसे बताया कि लाइफ में एक बैलेंस होता है, हमें हर एक चीज़ को टाइम देना पड़ता है, चाहे वो प्यार हो, पैसा हो, बिजनेस हो, करियर हो, कुछ भी हो। सो हरमन, मैंने आपका इंस्टाग्राम देखा, आप नेचर से काफ़ी जुड़े हुए हैं। नेचर आपको कैसे इंस्पायर करता है? नेचर ਆਪਾਂ ਹੈ ਹੀ ਨੇਚਰ, ਆਪਾਂ ਕੁਦਰਤ ਆ, ਆਪਾਂ ਵੀ ਛੱਬਿਆ ਹੈ ਨਾ। ਲਾਈਕ ਮੈਂ ਤੁਹਾਨੂੰ ਦੱਸਦਾ ਇੱਕ ਮੈਨੂੰ ਜਿੱਦਾਂ ਕੁ ਲੱਗਦਾ ਹੈ ਨਾ ਕਿ ਆਪਾਂ ਥੋੜਾ ਜਿਹਾ, ਆਪਾਂ ਮੰਨ ਲਓ ਆਪਾਂ ਹੁਣ ਆਪਾਂ ਤੀਜੇ ਫਲੋਰ ਤੇ ਬੈਠੇ ਆ ਹੈ ਨਾ, ਆਪਾਂ ਨੀਚੇ ਬੰਦਾ ਦੇਖੀਏ ਆਪਾਂ ਨੂੰ ਕਿੱਡਾ ਕੁ ਦਿਖਦਾ ਹੈ, ਕਿੰਨਾ ਕੁ ਦਿਖਦਾ ਹੈ, ਛੋਟਾ ਦਿਖਦਾ ਹੈ। ਆਪਾਂ ਇਸ ਧਰਤੀ ਤੋਂ ਕਿਲੋਮੀਟਰ ਉੱਪਰ ਜਾ ਕੇ ਆਪਣੇ ਆਪ ਨੂੰ ਦੇਖੀਏ ਕਿੱਡੇ ਕੁ ਦਿਖਾਂਗੇ ਆਪਾਂ, ਬਿਲਕੁਲ ਦਿਖਾਂਗੇ। ਉਸ ਤੋਂ ਬਾਅਦ 15 ਕਿਲੋਮੀਟਰ ਵਗ ਜੀ ਆਪਾਂ ਦਿਖਣੇ ਨਹੀਂ ਹੈਗੇ, ਧਰਤੀ ਤੋਂ ਬਾਹਰ ਵਗ ਜੀ ਆਪਾਂ ਦਿਖਣੇ ਨਹੀਂ ਹੈਗੇ। ਕਿਉਂ? ਜਦੋਂ ਆਪਾਂ ਧਰਤੀ ਤੋਂ ਬਾਹਰ ਜਾ ਕੇ ਧਰਤੀ ਆਪਣੇ ਆਪ ਨੂੰ ਜ਼ੀਰੋ ਕਹਿ ਰਹੀ ਆ ਤਾਂ ਕਿਉਂ ਆਪਾਂ ਆਪਣੇ ਆਪ ਨੂੰ ਹੀਰੋ ਕਹਿ ਰਹੇ ਆ? ਜਿਹਦੇ ਵਿੱਚ ਸਭ ਕੁਝ ਸਮਾਇਆ ਉਹ ਆਪਣੇ ਆਪ ਨੂੰ ਜ਼ੀਰੋ ਕਹਿ ਰਹੀ ਆ, ਆਪਾਂ ਹੀਰੋ ਕਹਿ ਰਹੇ ਆ ਆਪਣੇ ਆਪ ਨੂੰ। ਇਹ ਨਹੀਂ ਨਾ ਹੁੰਦਾ, ਠੀਕ ਹੈ। ਲਾਈਕ ਜਿਵੇਂ ਧਰਤੀ ਗੋਲ ਆ, ਆਪਣੀ ਅੱਖਾਂ ਗੋਲ ਨੇ। ਧਰਤੀ ਗੋਲ ਆ ਇਸ ਕਰਕੇ ਆਪਣੀ ਅੱਖਾਂ ਗੋਲ ਨੇ ਕਿਉਂਕਿ ਆਪਾਂ ਦੇਖ ਸਕਦੇ ਆ, ਠੀਕ ਹੈ। ਉਹਦੇ ਕਰਕੇ ਸਾਰੀ ਜ਼ਿੰਦਗੀ ਦਾ ਚੱਕਰ ਇੱਕ ਰੋਟੀ ਦਾ ਹੈ, ਰੋਟੀ ਗੋਲ ਹੈ। ਸਾਰੀ ਉਮਰ ਆਪਾਂ ਉਸ ਚੀਜ਼ ਦੀ ਭਾਲ 'ਚ ਜਾਂਦੇ ਕਿਉਂਕਿ ਧਰਤੀ ਗੋਲ ਹੈ। ਜ਼ਿੰਦਗੀ ਜੀਣਾ ਏ ਸਾਂ ਹੰਢਾ ਰਹੇ ਆ, ਜ਼ਿੰਦਗੀ ਜੀਣਾ ਏ ਸਾਂ ਹੰਢਾ ਰਹੇ ਆ, ਇਹ ਨਮਕਾਂ ਦੇ ਸ਼ਹਿਰ 'ਚ ਜ਼ਖਮ ਕਿਸ ਨੂੰ ਸੁਣਾ ਰਹੇ ਆ? ਦਿਲ ਧੜਕ ਰਿਹਾ ਹੈ, ਸਾਹ ਚੱਲ ਰਹੇ ਨੇ, ਖੂਨ ਵਗ ਰਿਹਾ ਹੈ, ਕਦੀ ਮਹਿਸੂਸ ਕੀਤਾ ਜ਼ਿੰਦਗੀ ਲੋਕਾਂ ਲਈ ਲੰਘਾ ਰਹੇ। ਮੰਜ਼ਿਲ ਤੇ ਤੂੰ ਪਹੁੰਚ ਜਾਏਗਾ, ਚੱਲਿਆ ਹਾਲੇ ਤੂੰ ਰਾਹਾਂ ਤੇ ਨਹੀਂ, ਲੋਕਾਂ ਤੇ ਕੀ ਭਰੋਸਾ ਕਰਨਾ, ਵਿਸ਼ਵਾਸ ਤਾਂ ਮੈਨੂੰ ਮੇਰੇ ਸਾਹਾਂ ਤੇ ਨਹੀਂ। ਇੱਕ ਬੰਦਾ ਆ ਜਿਹਨੂੰ ਰੱਬ ਕਹਾ, ਚੰਗਾ ਜੋ ਵੀ ਆ ਉਹ ਸਭ ਕਹਾ, ਜਿਹਨੇ ਖੂਨ ਪਸੀਨਾ ਆਪਣੇ ਲਈ ਵਹਾਇਆ ਏ। ਡੈਡੀ ਤੁਹਾਨੂੰ ਕਹਿੰਦੇ ਆ ਸੱਚ ਦੱਸਿਓ ਕਦੇ ਪਿੱਛੇ ਜੀ ਲਾਇਆ ਏ। So, हरमन इतने सॉर्टेड हैं, वो हर एक चीज़ को इतने प्यार से हैंडल करते हैं, मेरे को ऐसा लगता नहीं आपको किसी चीज़ के लिए टेंशन भी लेते हो। So, हरमन, इतनी स्टेबिलिटी, इतनी सॉर्टनेस, ये चीज़ आपके अंदर कैसे आई? क्योंकि आप इतने हम्बल हो, इतने सॉर्टेड हो। मैं इदां देखदा आ कई बंदे ना अपने आप ਆਪਾਂ ਜਦੋਂ ਹੁੰਦੇ ਆ ਨਾ ਆਪਾਂ ਖੁਦ ਨੂੰ ਪਹਿਚਾਨਣਾ ਨਹੀਂ ਸਮਝਦੇ ਵੀ ਆਪਾਂ ਖੁਦ ਨੂੰ। ਮੈਨੂੰ ਇਹਨਾਂ ਲੱਗਦਾ ਜਦੋਂ ਬੰਦਾ ਖੁਦ ਨੂੰ ਸਮਝ ਲੈ ਨਾ ਸਾਰੇ ਟੈਨਸ਼ਨਾਂ ਦਾ ਹੱਲ ਆ। ਜਦੋਂ ਬੰਦਾ ਖੁਦ ਨੂੰ ਸਮਝ ਲੇ, ਜਿਵੇਂ ਲਾਈਕ ਆਪਾਂ ਸਮਝਦੇ ਆ ਕਿ ਉਹ ਦੂਜਾ ਬੰਦਾ ਆਪਣੇ ਲਈ ਕੀ ਕਰਦਾ ਹੈ, ਕੀ ਸੋਚਦਾ ਹੈ, ਆਪਾਂ ਆਪਣੇ ਆਪ ਨੂੰ ਨਹੀਂ ਦੂਜਿਆਂ ਨੂੰ ਸੋਚਦੇ ਆ। ਜਦੋਂ ਆਪਾਂ ਆਪਣੇ ਆਪ ਦੀ ਪਛਾਣ ਕਰਾਂਗੇ ਨਾ ਸਭ ਚੀਜ਼ਾਂ ਦਾ ਹੱਲ ਮਿਲੂਗਾ। ਕਿਉਂ? ਕਿਉਂਕਿ ਆਪਾਂ ਲਾਈਕ ਮੈਂ ਸੂਟ ਨੂੰ ਬੁੱਟਣਾ, ਮੈਂ ਕੁੜਤਾ ਵੀ ਪਾਇਆ, ਤੁਸੀਂ ਇਹ ਪਾਇਆ ਨਾ, ਕਿਉਂ? ਆਪਾਂ ਕੈਮਰੇ ਵਿੱਚ ਦਿਖਾਂਗੇ, ਆਪਾਂ ਇਸ ਵਿੱਚ ਦਿਖਾਂਗੇ ਆਪਣੇ ਅੰਦਰ ਕੀ ਆ, ਦੂਸਰੇ ਕੀ ਸੋਚेंगे, ਆਪਣੇ ਅੰਦਰ ਜੋ ਆ ਨਾ ਉਹ ਆਪਾਂ ਲੋਕਾਂ ਨੂੰ ਦਿਖਾਵਾਂਗੇ, ਹੈਨਾ। ਆਪਾਂ ਚੰਗੇ ਆ ਮਾੜੇ ਆ, ਲੋਕਾਂ ਨੂੰ ਸਿਰਫ ਫਸਟ ਇੰਪ੍ਰੈਸ਼ਨ ਆਪਣੇ ਇਸ ਤੋਂ ਪੈਂਦਾ, ਸੈਕਿੰਡ ਜਦੋਂ ਇਹ ਬੋਲਦੀ ਹੈ ਉਦੋਂ ਪੈਂਦਾ ਹੈ। तो आप खुद को कैसे देखते हो? खुद ਮੈਨੂੰ ਐਂ ਜਿਹਾ ਲੱਗਦਾ ਹੈ ਕਿ ਹਨਾ ਮੇਰਾ ਕੱਲਾ ਕੱਲਾ ਪਾਰਟ ਕੁਦਰਤ ਨਾਲ ਆ। ਜਿਵੇਂ ਆਪਣੇ ਅੱਖਾਂ ਚੋਂ ਹੰਝੂ ਆਉਂਦੇ ਨੇ, ਕਦੇ ਪੀ ਕੇ ਦੇਖਿਓ, ਅੱਖਾਂ ਚੋਂ ਹੰਝੂ ਆਉਂਦੇ ਨੇ, ਖਾਰੇ ਹੁੰਦਾ ਹੈ ਕਿਉਂਕਿ ਸਮੁੰਦਰ ਦਾ ਪਾਣੀ ਵੀ ਤਾਂ ਖਾਰਾ ਹੀ ਹੈ। ਆਪਾਂ ਕਿਉਂ ਕੁਦਰਤ ਨਹੀਂ ਹੈਗੇ, ਠੀਕ ਹੈ। ਲਾਈਕ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਣੀ ਕੁਦਰਤ ਨਾਲ ਮਿਲਦੀਆਂ ਨੇ। ਲਾਈਕ ਅਖਰੋਟ ਆ, ਅਖਰੋਟ ਦੀ ਸ਼ੇਪ ਆਪਣੇ ਦਿਮਾਗ ਨਾਲ ਦੀ ਹੈ, ਠੀਕ। ਆਪਣੀ ਕੱਲੀ ਕੱਲੀ ਚੀਜ਼ ਇਸ ਧਰਤੀ ਦੇ ਉੱਪਰ ਪਈ ਆ, ਤੁਸੀਂ ਪਹਿਚਾਨੋਗੇ ਕਦੋਂ? ਦੇਖੋ ਨਾ ਉਸ ਚੀਜ਼ ਨੂੰ, ਨੇਚਰ ਨਾਲ ਮਿਲੋ ਤਾਂ ਸਹੀ, ਨੇਚਰ ਨੂੰ ਤਾਂ ਮਿਲਦਾ ਨਹੀਂ। ਆਪਾਂ ਦੁਨਿਆਵੀ ਗੱਲਾਂ ਕਰਦੇ ਕੱਲੀ ਕੱਲੀ ਚੀਜ਼ ਆਪਣਾ ਕੱਲਾ ਕੱਲਾ ਪਾਰਟ ਆਪਣਾ ਕੁਦਰਤ ਦੇ ਵਿੱਚ ਮਿਲ ਜੂਗਾ। ਲੱਭਣ ਦੀ ਕੋਸ਼ਿਸ਼ ਤਾਂ ਕਰੋ। ਮੇਰੀ ਸਰਚ ਜਾਰੀ ਹੈ ਇਸ ਚੀਜ਼ ਤੇ ਕਿ ਮੈਂ ਜ਼ਿੰਦਗੀ ਦਾ ਕੱਲਾ ਕੱਲਾ ਪਾਰਟ कुदरत ਨਾਲ मिलाना है। तो आपको ये कुदरत से कनेक्टिविटी कब फील हुई आपको? मतलब एक होता है ना कि स्टार्टिंग में तो एक लाइफ में एक चेंजेस सडन आते हैं और कभी धीरे धीरे आते हैं, आपकी लाइफ में ये चेंज कब आया? ਕਿਉਂਕਿ ਇਹ ਸਫ਼ਰ, ਇਹ ਇਦਾਂ ਦਾ ਸਫ਼ਰ ਸ਼ੁਰੂ ਹੋਇਆ ਮੇਰਾ ਜਦੋਂ ਨਾ ਆਪਾਂ ਕਿਸੇ ਚੀਜ਼ ਤੋਂ ਬ੍ਰੇਕ ਹੋ ਜਾਂਦੇ ਆ ਨਾ, ਕਿਸੇ ਚੀਜ਼ ਤੋਂ ਆਪਾਂ ਰੁਕ ਜਾਂਦੇ ਆ
है ना। लाइक बहुत चीज़ां जिंदगी च ऐसियां होंदियां ने कि ਤੁਹਾਨੂੰ ਲਾਈਕ ਮੈਂ ਪਹਿਲਾਂ ਕਹਿੰਦਾ ਮੈਂ ਬਦਮਾਸ਼ ਰਿਹਾ, ਮੈਂ ਕਹਿੰਦਾ ਪਹਿਲਾਂ ਮੈਂ ਬਹੁਤ ਪਿਆਰ ਕਰਦਾ ਸੀ, ਮੈਂ ਪਹਿਲਾਂ ਕਹਿੰਦਾ ਬਹੁਤ ਗੁੱਸੇ 'ਚ ਸੀ। ਇਹ ਚੀਜ਼ਾਂ ਨੂੰ ਜਦੋਂ ਆਪਾਂ ਇੱਕ ਜਗ੍ਹਾ ਤੇ ਆ ਕੇ ਬ੍ਰੇਕ ਦਿੰਦੇ ਆ ਨਾ, ਜਦੋਂ ਉਹ ਬ੍ਰੇਕ ਦੇ ਕੇ ਜਦੋਂ ਆਪਾਂ 5 ਮਿੰਟ ਆਪਣੇ ਆਪ ਨੂੰ ਸੁਣਦੇ ਗੱਲ ਕਰਦੇ, ਫਿਰ ਆਪਾਂ ਨੂੰ ਪਤਾ ਲੱਗਦਾ ਆਪਾਂ ਕੀ ਕਰੀ ਜਾਂਦੇ ਯਾਰ, ਇਹ ਆਈ ਐਮ ਰੌਂਗ, ਮੈਂ ਗਲਤ ਸੀ। ਫਿਰ ਉੱਥੋਂ ਮੇਰੀ ਯਾਰੀ ਪੈਂਦੀ ਹੈ ਮੇਰੀ ਕੁਦਰਤ ਨਾਲ। ਜਦੋਂ ਮੈਂ ਕੁਦਰਤ ਦੇ ਵਿੱਚ ਘੁਲਦਾ ਮਿਲਦਾ ਆ, ਮੈਨੂੰ ਐਂ ਲੱਗਦਾ ਕਿ ਹੈ ਨਾ, ਜਦੋਂ ਦੋ ਦਰਖਤ ਐਡੇ ਸੋਹਣੇ ਖੜੇ ਨੇ ਨਾ, ਮੈਨੂੰ ਐਂ ਲੱਗਦਾ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਣਗੇ। ਜਦੋਂ ਮੈਂ ਇੱਕ ਵਾਰ, ਮੈਂ ਨਾ ਸਾਡਾ ਟਰਾਂਸਪੋਰਟ ਦਾ ਕੰਮ ਆ, ਗੱਡੀਆਂ ਦਾ ਕੰਮ, ਟਰਾਲੇ ਪਾਏ ਹੋਏ, ਮੈਂ ਨਾ ਇੱਕ ਵਾਰ ਪਟਿਆਲੇ ਰੇਲਵੇ ਸਟੇਸ਼ਨ ਆ ਆਪਣਾ, ਰੇਲ ਜਿੱਥੇ ਰੇਲ ਇੰਜਨ ਬਣਦੇ ਉੱਥੇ ਗਿਆ, ਬਾਰਿਸ਼ ਪੈ ਰਹੀ ਤੇ ਇੱਕ ਪੱਤਾ ਆ ਕੇ ਮੇਰੇ ਫੇਸ ਤੇ ਵੱਜੇ, ਮੈਂ ਬਾਈਕ ਤੇ ਜਾ ਰਿਹਾ ਸੀ। ਫਿਰ ਉੱਥੇ ਮੈਂ ਗਿਆ, ਇੱਕ ਟੁੱਟਦੇ ਪੱਤੇ ਨੇ ਮੈਨੂੰ ਬਾਤ ਪੁੱਛੀ, ਜਦ ਲੱਗਿਆ ਸੋ ਉਦੋਂ ਕਿਹੜਾ ਕਿਸੇ ਮੇਰੀ ਜਾਤ ਪੁੱਛੀ। ਇੱਕ ਟੁੱਟਦੇ ਪੱਤੇ ਨੇ ਮੈਨੂੰ ਬਾਤ ਪੁੱਛੀ, ਕਹਿੰਦਾ ਜਦ ਲੱਗਿਆ ਸੋ ਉਦੋਂ ਕਿਹੜਾ ਕਿਸੇ ਮੇਰੀ ਜਾਤ ਪੁੱਛੀ। ਸਾਰਿਆਂ ਨੂੰ ਫਿਕਰ ਮੇਰੇ ਸਰੀਰ ਦਾ, ਜਿਹਨੂੰ ਆਰੇ ਵਾਲਾ ਵੀ ਬੜੀ ਬਰੀਕੀ ਨਾਲ ਚੀਰਦਾ। ਅੱਜ ਖੜੇ ਹੋ ਕੇ ਮੇਰੀ ਉਹ ਬੋਲੀ ਲਾਉਂਦੇ ਨੇ ਜਿਨ੍ਹਾਂ ਨੇ ਖੜੇ ਹੋਣ ਵੇਲੇ ਉਹਨੂੰ ਪਾਣੀ ਵੀ ਨਾ ਪੁੱਛਿਆ। ਇੱਕ ਪੱਤੇ ਨੇ ਮੈਨੂੰ ਇਹ ਗੱਲ ਕਹੀ, कहता जब लग गया था तो किसी ने मेरी जात पूछी। हरमन नेचर से इतने इंस्पायर्ड हैं कि वो छोटी छोटी चीज़ों में शायरियाँ निकालना, एक सूफीपना निकालना और उनसे कनेक्टेड होना इतनी ईजिली हैंडल करते हैं। तो हरमन, जैसे आपने एक पत्ते पे इतनी अच्छी शायरी लिखी और इतनी रिलेटेबल और लाइफ से काफ़ी लोग शायरी से रिलेट कर पाए, तो आप इस चीज़ को अपनी लाइफ में कैसे रिलेट करते हैं? मैं चीज़ां नूं देखदा है ना, लाइक ना आसमान च तारे किन्ने आ, चन्न सिर्फ एक, सारे तारे चमकाते रहते हैं, चमकते रहते हैं कि सानू चन्न मिल जे, पर चन्न ना मिलता नहीं क्योंकि वह इश्क आ, तड़फ च रहते हैं हमेशा, इन्नी तड़फ च रहते हैं, इन्नी तड़फ च रहते हैं, चन्न नूं मिलण दे लई एक दिन टुट जाते हैं। ਇਹ ਵੀ ਆਪਾਂ ਕਿਸੇ ਨੂੰ ਮਿਲਣ ਲਈ ਤੜਫਦੇ ਰਹੇ, ਇੱਕ ਦਿਨ ਆਪਾਂ ਟੁੱਟ ਜਾਂਦੇ। ਠੀਕ ਹੈ, ਆਵੋ ਅੱਜ ਮੈਂ ਤੁਹਾਨੂੰ ਆਪਣੇ ਸੁਪਨਿਆਂ ਵਾਲੀ ਹੀਰ ਦਿਖਾਉਣਾ ਹਾਂ, ਕਦੀ ਕਦੀ ਮੈਂ ਤਾਰਿਆਂ ਨੂੰ ਜੋੜ ਕੇ ਦੀ ਤਸਵੀਰ ਬਣਾਉਣਾ ਹਾਂ। ਉਹ ਵਾਲਾਂ ਵਾਲੀ ਗੱਲ ਛੱਡੋ, ਹੁਣ ਨੈਣਾ ਵੱਲ ਹੋ ਲੈਣਾ, ਦੋ ਵਾਲੇ ਚਮਕਦੇ ਸਿਤਾਰਿਆਂ ਨੂੰ ਦੀ ਅੱਖਾਂ 'ਚ ਭਰੋ ਲੈਣਾ। ਬ੍ਰਹਿਮੰਡ ਦਾ ਮੈਂ ਤਰਲਾ ਜਾ ਕਰ ਲਾਂ, ਕਾਲੇ ਬੱਦਲਾਂ ਜਾਂ ਨਾਲ ਵਿੱਚ ਸੁਰਮਾ ਜਾ ਭਰ ਲਾਂ। ਵੇਖ ਕੇ ਅੱਖਾਂ ਨਸ਼ੀਲੀਆਂ ਆਪਣੇ ਹੋਸ਼ ਖੋ ਲੈਣਾ ਹਾਂ, ਕਦੀ ਕਦੀ ਮੈਂ ਤਾਰਿਆਂ ਨੂੰ ਜੋੜ ਕੇ ਉਹਦੀ ਤਸਵੀਰ ਬਣਾ ਲੈਣਾ। ਤਾਰਾ ਜੋੜ ਨਿੱਕਾ, ਨੱਕ ਬਣਾ ਲਿਆ ਸੀ ਮੈਂ ਤਿੱਖਾ, ਔਰ ਰੰਗ ਰਹਿ ਨਾ ਜਾਵੇ ਫਿੱਕਾ, ਇੱਕ ਚੰਨ ਤੂੰ ਤੇ ਇੱਕ ਚੰਨ ਉਹ, ਦੋਨਾਂ ਨੂੰ ਜੋੜ ਕੇ ਮੈਂ ਬੁੱਲ ਬਣਾਉਣਾ ਹਾਂ, ਕਦੀ ਕਦੀ ਮੈਂ ਤਾਰਿਆਂ ਨੂੰ ਜੋੜ ਕੇ ਉਹਦੀ ਤਸਵੀਰ ਬਣਾਉਣਾ ਹਾਂ। ਨੀਰਾ ਇਸ਼ਕ ਜਾ ਲੱਗਦਾ ਠੋਡੀ ਤੇ ਧਰੂਪ ਤਾਰਾ, ਅੱਜ ਤਾਰਿਆਂ ਦੀ ਗੱਲ कर रहा मैं, एक टुटिया तारा। हरमन ने बहुत सारे शायरियाँ लिखी हुई हैं। हरमन, आपने इतनी शायरियाँ लिखी हैं, उनमें से कोई एक ऐसी शायरी होगी जो आपको बहुत पसंद होगी, जो आपके दिल के बहुत करीब होगी? एक मैं सुनाना आ, पर उसनूं गलत ना समझो, मैं सुनाना आ पर वो रॉन्ग नहीं हैगी। कुछ चीज़ां इदां दी गल्लां करूँगा मैं, वो जो भी शेर आ वो उस चीज़ नहीं देखियो कि जिन्हों आप प्यार करते हैं, जिन्हों आप छड्ड नहीं सकते, ये चीज़ उस लिए आ, होर किसी लिए नहीं हैगी। ठीक है, जिहदे नाल आपां मान लो विआह कराउणा है जां विआह होया होया है ना, उस नाल गल करनी है। अपने बुल्लां नाल तराश देवां तेरे जिस्म दे कल्ले कल्ले अंग नूं, बुल्लां उत्ते बुल रख बंद कर देवां तेरी खंग नूं, उंगलां नाल तेरे बालां दे छल्ले बना के तेरे जिस्म नूं मेरे जिस्म दे नेड़े ला के, अपने दोवां जिस्मां नूं एक बना के तू मेरे कंन विच हौली जे कहे, आपां कदे वख ना होईए, सारी जिंदगी इदां ही सोईए, जिस्म ते ना कोई लीड़ा होवे, प्यार दोहां विच नीरा होवे। ये प्यार दा सी, पता नहीं तेरी जुदाई दा सी, लिखदे अख दे विच हंझू आ गया, इन्ना को दो तुकबंदियां विच तेनू अपना भविख दिखा गया। सो काफ़ी अच्छी शायरी थी, मैं सुनते खो गई। सो हरमन, आपने इतनी शायरियाँ लिखी, आपने फेवरेट भी बता दी, कोई ऐसी शायरी जिसको आपने शायद कहीं किसी और से सुना हो, वो आपको ऐसा लगी कि इस शायरी से मैं इंस्पायर हुआ हूँ, आपके लिखने की शुरुआत कहाँ से हुई थी? धोखे तो ही सी। जिंदगी च एक चीज आउंदी आ जिस तुसीं टर्निंग पॉइंट लैंदे हो, है ना। शायद अज आपां घरे जा सकदे सी, सब कुछ छड्ड के इत्थे बैठे तुसीं बैठे ना,
ਜ਼ਿੰਦਗੀ 'ਚ ਟਰਨਿੰਗ ਪੁਆਇੰਟ ਇਦਾਂ ਦੇ ਨੇ, ਪਰ ਉਹਨਾਂ ਨੂੰ ਪੁਆਇੰਟਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਅੱਗੇ ਪੁਸ਼ ਕਰਨ ਲਈ ਦੇਖਦੇ ਹੋ, ਜਾਂ ਤੁਸੀਂ ਉੱਥੇ ਖੜ ਕੇ ਉਹਨਾਂ ਨੂੰ ਬਸ ਉਹਨਾਂ ਦੀਆਂ ਗੱਲਾਂ ਕਰਨੀਆਂ, ਮੇਰੇ ਨਾਲ ਐ ਹੋਇਆ ਮੈਂ ਹੋਇਆ ਨਾ, ਉਹ ਤੁਸੀਂ ਪੁਸ਼ ਹੋ ਅੱਗੇ ਜਾਵੋ, बस मैं आगे जाने की कोशिश करता है। हरमन अपनी लाइफ में काफ़ी हर्ट भी है, उन्होंने काफ़ी चीज़ें सीखी भी हैं और हमें भी सिखाई हैं। और ऑनेस्टली मेरा मन नहीं कर रहा है रैप करने का, बट वी हैव टू। सो थैंक यू सो मच हरमन फॉर जॉइनिंग अस, एंड आई होप कि हम फिर से मिलें और फिर से बात करें। और थैंक यू सो मच एवरीवन फॉर वाचिंग, एंड फॉर मोर कीप वाचिंग नेशनल बज़। चंगा लग्या तो ब्रदर सारे शेयर करियो, मैनू लाइक इदां ही आ कि जो चीज़ां होईयां इन्हां नूं समझण दी कोशिश करियो। ये नहीं कि ये तुहाडे, मैनूं इदां लगदा कि तुसीं इस चीज़ नूं जद ध्यान नाल सुणोगे ना, शायद तुसीं अपने आप नूं देखोगे। सत श्री अकाल।